ਸੋ ਡੀਅਰ ਸਟੂਡੈਂਟਸ, ਅੱਜ ਦੇ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਅਬਾਊਟ ਕਟਿੰਗ ਸਪੀਡ, ਫੀਡ ਐਂਡ ਡੈਪਥ ਆਫ ਕੱਟ। ਸੋ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਕਟਿੰਗ ਸਪੀਡ। ਇਹਦੀ ਡੈਫੀਨੇਸ਼ਨ ਮੈਂ ਪਹਿਲਾਂ ਰੀਡ ਕਰਦਾ। ਇਟ ਇਜ਼ ਡਿਫਾਈਨਡ ਐਜ਼ peripheral speed of a point on the surface of drill in contact with the work, and it is expressed in meters per minute and it is represented by V। ਸੋ ਸਿੰਪਲ ਅਗਰ ਗੱਲ ਕਰੀਏ ਤਾਂ ਇਹਦਾ ਮਤਲਬ ਆ 1 ਮਿੰਟ ਦੇ ਵਿੱਚ ਕਿੰਨਾ ਮੀਟਰ ਜਿਹੜੀ ਡਰਿਲ ਆ ਉਹ ਅੰਦਰ ਗਈ, ਉਹਨੂੰ ਆਪਾਂ ਕੀ ਕਵਾਂਗੇ? ਸਪੀਡ। ਠੀਕ ਹੈ ਜੀ। ਇਹਦਾ ਕੈਲਕੂਲੇਟ ਕਰਨ ਦਾ ਇੱਕ ਫਾਰਮੂਲਾ ਵੀ ਹੈ, that is pi dn divided by 1000 ਐਂਡ ਇਹਦੇ ਜਿਹੜੇ ਯੂਨਿਟਸ ਨੇ that is ਮੀਟਰ ਪਰ ਮਿੰਟ। ਇਹਦੇ ਵਿੱਚ d ਕੀ ਆ? ਡਾਇਆਮੀਟਰ ਆਫ ਡਰਿਲ, ਜਿਹਨੂੰ ਅਸੀਂ ਮਿਲੀਮੀਟਰਸ ਦੇ ਵਿੱਚ ਐਕਸਪ੍ਰੈਸ ਕਰਦੇ ਆ। n ਕੀ ਆ? ਜਿਹੜਾ ਸਪਿੰਡਲ ਆ ਉਹਦੀ ਸਪੀਡ, ਜਿਹਨੂੰ ਆਪਾਂ rpm ਦੇ ਵਿੱਚ ਮੇਜਰ ਕਰਦੇ ਆ, ਮਤਲਬ ਰੈਵੋਲੂਸ਼ਨ ਪਰ ਮਿੰਟ। 1 ਮਿੰਟ ਦੇ ਵਿੱਚ ਕਿੰਨੀਆਂ ਰੈਵੋਲੂਸ਼ਨਸ ਹੋਈਆਂ। ਹੁਣ ਜਿਹੜੀ ਕਟਿੰਗ ਸਪੀਡ ਆ ਕਾਫੀ ਫੈਕਟਰਸ ਤੇ ਡਿਪੈਂਡ ਕਰਦੀ ਆ, ਜਿਵੇਂ ਕਿ ਸਭ ਤੋਂ ਪਹਿਲਾ ਫੈਕਟਰ ਹੈ ਕਾਈਂਡ ਆਫ ਮਟੀਰੀਅਲ ਟੂ ਬੀ ਡਰਿਲਡ। ਆਪਾਂ ਕਿਹੜਾ ਮਟੀਰੀਅਲ ਡਰਿਲ ਕਰਨਾ ਆ? ਸੌਫਟ ਕਰਨਾ ਆ, ਹਾਰਡ ਕਰਨਾ ਆ। ਜਿਹੜਾ ਸੌਫਟ ਮਟੀਰੀਅਲ ਹੁੰਦਾ ਆ ਉਹਦੇ ਲਈ ਸਾਨੂੰ ਹਾਈਅਰ ਕਟਿੰਗ ਸਪੀਡ ਦੀ ਲੋੜ ਪੈਂਦੀ ਹੈ। ਠੀਕ ਹੈ ਜੀ। ਨੈਕਸਟ ਕੀ ਹੈ? ਕਟਿੰਗ ਟੂਲ ਮਟੀਰੀਅਲ। ਕਟਿੰਗ ਟੂਲ ਦਾ ਮਟੀਰੀਅਲ ਕਿਹੜਾ ਆ? ਹਾਈ ਸਪੀਡ ਸਟੀਲ ਆ ਜਿਹੜਾ ਉਹ ਰੋਟੇਟ ਕਰਦਾ ਆ 2 ਗੁਣਾ ਜ਼ਿਆਦਾ ਸਪੀਡ ਤੋਂ ਐਜ਼ ਕੰਪੇਅਰ ਟੂ ਹਾਈ ਕਾਰਬਨ ਸਟੀਲ। ਉਸ ਤੋਂ ਬਾਅਦ ਹੋਰ ਵੀ ਫੈਕਟਰਸ ਨੇ, ਜਿਵੇਂ ਕਿ ਸਰਫੇਸ ਫਿਨਿਸ਼ ਦੀ ਸਾਨੂੰ ਕੁਆਲਿਟੀ ਕਿੱਦਾਂ ਦੀ ਚਾਹੀਦੀ ਆ, ਕਟਿੰਗ ਸਪੀਡ ਨੂੰ ਆਪਾਂ ਕਿੰਨਾ ਐਫੀਸ਼ੀਐਂਟਲੀ ਯੂਜ਼ ਕਰ ਸਕਦੇ ਆ, ਮੈਥਡ ਆਫ ਹੋਲਡਿੰਗ ਵਰਕ ਕੀ ਆ, ਕਿ ਆਪਾਂ ਜਿਹੜਾ ਵਰਕ ਪੀਸ ਆ ਕਿੱਦਾਂ ਹੋਲਡ ਕਰਕੇ ਰੱਖ ਰਹੇ ਆ, ਸਾਈਜ਼, ਟਾਈਪ ਐਂਡ ਰਿਜਿਡਿਟੀ ਆਫ ਮਸ਼ੀਨ ਕੀ ਆ। ਇਹ ਸਾਰੇ ਫੈਕਟਰਸ ਨੇ ਜਿਹੜੇ ਇਹਨਾਂ ਤੇ ਕਟਿੰਗ ਸਪੀਡ ਆ ਉਹ ਡਿਪੈਂਡ ਕਰਦੀ ਆ। ਠੀਕ ਹੈ ਜੀ। ਨੈਕਸਟ ਅਸੀਂ ਗੱਲ ਕਰਾਂਗੇ ਫੀਡ ਦੀ। ਫੀਡ ਦਾ ਮਤਲਬ ਕੀ ਹੈ? ਡਿਸਟੈਂਸ ਦੀ ਡਰਿਲ ਮੂਵਸ ਪੈਰਲਲ ਟੂ ਇਟਸ ਐਕਸਿਸ ਇਨਟੂ ਦੀ ਵਰਕ ਇਨ ਈਚ ਰੈਵੋਲੂਸ਼ਨ ਆਫ ਦੀ ਸਪਿੰਡਲ। ਮਤਲਬ ਕੀ ਆ? ਹਰੇਕ ਰੈਵੋਲੂਸ਼ਨ ਆਫ ਸਪਿੰਡਲ ਤੇ ਡਰਿਲ ਜਿਹੜੀ ਆ ਕਿੰਨੀ ਹੋਲ ਦੇ ਅੰਦਰ ਗਈ, that is called as feed। ਇਹਨੂੰ ਆਪਾਂ ਐਕਸਪ੍ਰੈਸ ਕਿੱਦਾਂ ਕਰਦੇ ਆ? ਇਨ ਟਰਮਸ ਆਫ ਮਿਲੀਮੀਟਰ ਪਰ ਰੈਵੋਲੂਸ਼ਨ। ਮਤਲਬ ਇੱਕ ਰੈਵੋਲੂਸ਼ਨ ਦੇ ਵਿੱਚ ਕਿੰਨੇ ਮਿਲੀਮੀਟਰ ਉਹ ਡੀਪ ਗਈ, ਐਂਡ ਇਹਨੂੰ ਆਪਾਂ ਰਿਪਰੈਜ਼ੈਂਟ ਕਰਦੇ ਆ SM ਦੇ ਨਾਲ। ਇਹਦਾ ਮਤਲਬ ਕੀ ਆ? SR into N। ਠੀਕ ਹੈ ਜੀ। SM ਕੀ ਹੈ? ਫੀਡ ਪਰ ਰੈਵੋਲੂਸ਼ਨ ਇਨ ਮਿਲੀਮੀਟਰ, ਐਂਡ N ਕੀ ਹੈ? N ਕੀ ਹੈ? RPM ਆਫ ਦੀ ਡਰਿਲ। ਸੋ SR ਹੋਏਗੀ ਫੀਡ ਪਰ ਰੈਵੋਲੂਸ਼ਨ ਇਨ ਮਿਲੀਮੀਟਰਸ, ਐਂਡ SM ਕੀ ਹੈ? ਫੀਡ ਪਰ ਮਿੰਟ ਇਨ ਮਿਲੀਮੀਟਰਸ। ਨੈਕਸਟ ਜਿਹੜਾ N ਕੀ ਹੈ? RPM ਆਫ ਦੀ ਡਰਿਲ। ਸੋ ਇਸੇ ਤਰ੍ਹਾਂ ਜਿਹੜੀ ਫੀਡ ਆ ਇਹ ਵੀ ਕਾਫੀ ਫੈਕਟਰਸ ਤੇ ਡਿਪੈਂਡ ਕਰਦੀ ਆ, ਜਿਵੇਂ ਕਿ ਵਰਕ ਪੀਸ ਦਾ ਮਟੀਰੀਅਲ ਕਿਹੜਾ ਆ, ਹਾਰਡ ਆ, ਟਫ ਆ। ਠੀਕ ਹੈ ਜੀ। ਡੈਪਥ ਆਫ ਡਰਿਲਿੰਗ ਕੀ ਆ, ਜਾਂ ਫਿਰ ਡੈਪਥ ਆਫ ਹੋਲ ਕੀ ਆ। ਨੈਕਸਟ ਕੀ ਆ ਫੈਕਟਰ? ਰਿਜਿਡਿਟੀ ਆਫ ਦੀ ਜੌਬ ਐਂਡ ਮਸ਼ੀਨ। ਜੌਬ ਕਿੰਨੀ ਰਿਜਿਡ ਆ, ਮਸ਼ੀਨ ਕਿੰਨੀ ਰਿਜਿਡ ਆ, ਇਹਦੇ ਤੇ ਵੀ ਫੀਡ ਡਿਪੈਂਡ ਕਰਦੀ ਹੈ। ਹੋਰਸ ਪਾਵਰ ਆਫ ਮੋਟਰ ਕਿੰਨੀ ਹੈ। ਠੀਕ ਹੈ ਜੀ। ਡਰਿਲ ਦਾ ਸਾਈਜ਼ ਕੀ ਹੈ, ਐਂਡ ਸਾਡੇ ਕੋਲ ਫੀਡ ਦੀ ਕਿਹੜੀ ਰੇਂਜ ਅਵੇਲੇਬਲ ਆ। ਸੋ ਇਹ ਸਾਰੇ ਫੈਕਟਰਸ ਤੇ ਜਿਹੜੀ ਫੀਡ ਆ ਉਹ ਡਿਪੈਂਡ ਕਰਦੀ ਹੈ। ਨੈਕਸਟ ਹੈ ਜੀ ਡੈਪਥ ਆਫ ਕੱਟ। ਡੈਪਥ ਆਫ ਕੱਟ ਦਾ ਮਤਲਬ ਕੀ ਹੈ? ਇਹ ਕੀ ਹੈ? ਇਕੁਅਲ ਹੁੰਦਾ ਆ ਟੂ 1/2 ਆਫ ਦੀ ਡਰਿਲ ਡਾਇਆਮੀਟਰ। ਡਰਿਲ ਦਾ ਜਿਹੜਾ ਡਾਇਆਮੀਟਰ ਆ ਉਹਦਾ ਜਿਹੜਾ ਹਾਫ ਹੋਏਗਾ, that is ਡੈਪਥ ਆਫ ਕੱਟ। ਸੋ ਇਹਨੂੰ ਆਪਾਂ ਡੋਨੇਟ ਕਿੱਦਾਂ ਕਰਦੇ ਆ? D divided by 2। D ਕੀ ਆ? ਡਾਇਆਮੀਟਰ ਆਫ ਡਰਿਲ, ਐਂਡ T ਕੀ ਆ? ਡੈਪਥ ਆਫ ਕੱਟ। ਸੋ ਨੈਕਸਟ ਟੌਪਿਕ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਟਾਈਪਸ ਆਫ ਡਰਿਲਸ। ਸੋ ਇਹਦੇ ਵਿੱਚ ਕਾਫੀ ਸਾਰੀਆਂ ਟਾਈਪਸ ਆਉਂਦੀਆਂ ਨੇ, ਜਿਵੇਂ ਕਿ ਫਲੈਟ ਔਰ ਸਪੇਡ ਡਰਿਲ। ਨੈਕਸਟ ਆਉਂਦੀ ਹੈ ਸਟ੍ਰੇਟ ਫਲੂਟਡ ਡਰਿਲ। ਉਸ ਤੋਂ ਬਾਅਦ ਆਉਂਦੀ ਹੈ ਟਵਿਸਟ ਡਰਿਲ, ਜਿਹਦੇ ਵਿੱਚ ਕਾਫੀ ਸਾਰੀਆਂ ਕੈਟੇਗਰੀਜ਼ ਨੇ, ਪੈਰਲਲ ਸ਼ਾਰਟ ਸੀਰੀਜ਼, ਸਟੱਬ ਸੀਰੀਜ਼, ਲੌਂਗ ਸੀਰੀਜ਼। ਉਸ ਤੋਂ ਬਾਅਦ ਆਉਂਦੀ ਹੈ ਟੇਪਰ ਸ਼ੈਂਕ। ਉਸ ਤੋਂ ਬਾਅਦ ਆਉਂਦੀ ਹੈ ਆਇਲ ਟਿਊਬ, ਐਂਡ ਉਸ ਤੋਂ ਬਾਅਦ ਆਉਂਦੀ ਹੈ ਸੈਂਟਰ ਡਰਿਲ ਐਂਡ ਸਪੈਸ਼ਲ ਟਾਈਪ ਆਫ ਡਰਿਲ। ਸੋ ਸਟੂਡੈਂਟਸ, ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਫਲੈਟ ਔਰ ਸਪੇਡ ਡਰਿਲ, ਐਂਡ ਉਹਦੇ ਨਾਲ ਨਾਲ ਸਟ੍ਰੇਟ ਫਲੂਟਡ ਡਰਿਲ।
ਸੋ ਇਹਦੇ ਵਿੱਚ ਮੈਂ ਫਟਾਫਟ ਤੁਹਾਨੂੰ ਸਮਝਾ ਦਿੰਦਾ ਆ। ਜਿਵੇਂ ਆਹ ਵਾਲੀ ਤੁਸੀਂ ਡਰਿਲ ਦੇਖ ਰਹੇ ਹੋ, ਸਟ੍ਰੇਟ ਫਲੂਟਡ ਡਰਿਲ, ਇਹਦਾ ਜਿਹੜਾ ਐਂਡ ਵਾਲਾ ਪੋਰਸ਼ਨ ਹੈ ਇਹਨੂੰ ਆਪਾਂ ਕਹਿੰਦੇ ਆ ਸ਼ੈਂਕ। ਠੀਕ ਹੈ ਜੀ। ਸ਼ੈਂਕ ਤੋਂ ਬਾਅਦ ਜਿਹੜਾ ਪੋਰਸ਼ਨ ਤੁਸੀਂ ਦੇਖ ਰਹੇ ਹੋ ਇਹਨੂੰ ਆਪਾਂ ਕਹਿੰਦੇ ਆ ਮੇਨ ਬੋਡੀ। ਠੀਕ ਹੈ ਜੀ। ਐਂਡ ਆ ਜਿਹੜੀ ਟੋਟਲ ਲੈਂਥ ਹੋਏਗੀ ਦੈਟ ਵਿਲ ਬੀ ਓਵਰਆਲ ਲੈਂਥ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਫਲੈਟ ਡਰਿਲ ਦੀ। ਇਹਨੂੰ ਜਿਹੜਾ ਬਣਾਇਆ ਗਿਆ ਹੈ, ਇਹਨੂੰ ਬਣਾਇਆ ਗਿਆ ਹੈ ਫਰੋਮ ਰਾਉਂਡ ਪੀਸ ਆਫ ਸਟੀਲ। ਠੀਕ ਹੈ। ਜਿਹਨੂੰ ਆਪਾਂ ਫੋਰਜ ਕਰਕੇ ਆਪਣੇ ਅਕੋਰਡਿੰਗਲੀ ਮੋਡੀਫਾਈ ਕਰਦੇ ਆ। ਇਹਦਾ ਜਿਹੜਾ ਕਟਿੰਗ ਐਜ ਹੁੰਦਾ ਆ ਉਹ ਫੋਰਜ ਕੀਤਾ ਜਾਂਦਾ ਆ। ਠੀਕ ਹੈ। ਉਹਨੂੰ ਸ਼ੇਪ ਦੇ ਕੇ ਦੈਨ ਉਸ ਤੋਂ ਬਾਅਦ ਉਹਨੂੰ ਹਾਰਡ ਜਾਂ ਫਿਰ ਟੈਂਪਰ ਕੀਤਾ ਜਾਂਦਾ ਹੈ। ਜਿਹੜਾ ਇਹਦਾ ਕਟਿੰਗ ਐਜ ਹੈ ਉਹ 90 ਡਿਗਰੀ ਤੋਂ ਲੈ ਕੇ 120 ਡਿਗਰੀ ਹੋ ਸਕਦਾ ਹੈ। ਬਟ ਇਹਦੇ ਕੁਝ ਡਿਸਐਡਵਾਂਟੇਜ ਵੀ ਨੇ। ਡਿਸਐਡਵਾਂਟੇਜ ਕੀ ਹੈ, ਜਿੱਦਾਂ ਕਿ ਜਿਹੜਾ ਡਰਿਲ ਦਾ ਪੁਆਇੰਟ ਹੈ ਉਹ ਰਨ ਆਊਟ ਵੀ ਹੋ ਸਕਦਾ ਹੈ ਸੈਂਟਰ ਤੋਂ। ਐਂਡ ਜਦੋਂ ਡੀਪ ਹੋਲ ਆਪਾਂ ਡਰਿਲ ਕਰਦੇ ਆ ਤਾਂ ਜਿਹੜਾ ਚਿਪਸ ਨੇ ਉਹ ਬਾਹਰ ਨਹੀਂ ਆਉਂਦੀਆਂ, ਕਿਉਂਕਿ ਇਸ ਡਿਜ਼ਾਈਨ ਦੇ ਵਿੱਚ ਇਦਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਜਿਹਦੇ ਨਾਲ ਚਿਪਸ ਜਿਹੜੀਆਂ ਆ ਬਾਹਰ ਆ ਸਕਣ। ਮੇਨਲੀ ਅਗਰ ਆਪਾਂ ਗੱਲ ਕਰੀਏ ਤੇ ਇਹ ਜਿਹੜੇ ਕਾਰਪੈਂਟਰਸ ਨੇ ਆਪਣੇ ਲੱਕੜ ਦੇ ਵਿੱਚ ਹੋਲ ਕਰਨ ਦੇ ਲਈ ਇਦਾਂ ਦੇ ਫਲੈਟ ਜਾਂ ਫਿਰ ਸਪੇਡ ਡਰਿਲ ਆ ਉਹਨਾਂ ਨੂੰ ਯੂਜ਼ ਕਰਦੇ ਨੇ। ਠੀਕ ਹੈ ਜੀ। ਸੋ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਸਟ੍ਰੇਟ ਫਲੂਟਡ ਡਰਿਲ। ਇਹਦੇ ਵਿੱਚ ਜਿਹੜੇ ਗਰੂਵਸ ਨੇ, ਠੀਕ ਹੈ ਜੀ, ਉਹ ਡਰਿਲ ਐਕਸਿਸ ਦੇ ਪੈਰਲਲ ਹੁੰਦੇ ਆ। ਗਰੂਵਸ ਮਤਲਬ ਆ ਜਿਹੜੀ ਚੀਜ਼ ਤੁਸੀਂ ਦੇਖ ਰਹੇ ਹੋ ਡਿਜ਼ਾਈਨ ਦੇ ਵਿੱਚ, ਇਹਨਾਂ ਨੂੰ ਆਪਾਂ ਗਰੂਵ ਕਹਿੰਦੇ ਆ। ਠੀਕ ਹੈ। ਇਹ ਡਰਿਲ ਦੇ ਜਿਹੜੇ ਐਕਸਿਸ ਨੇ ਉਹਨਾਂ ਦੇ ਪੈਰਲਲ ਨੇ। ਇਹਨੂੰ ਆਪਾਂ ਯੂਜ਼ ਕਰਦੇ ਆ ਸੌਫਟ ਮਟੀਰੀਅਲ ਨੂੰ ਡਰਿਲ ਕਰਨ ਦੇ ਲਈ। ਠੀਕ ਹੈ। ਜਿੱਦਾਂ ਕਿ ਬਰਾਸ ਹੋ ਗਿਆ ਜਾਂ ਫਿਰ ਕੋਪਰ ਹੋ ਗਿਆ। ਐਂਡ ਜਾਂ ਫਿਰ ਸ਼ੀਟ ਮੈਟਲ ਨੂੰ ਡਰਿਲ ਕਰਨ ਦੇ ਲਈ ਇਹਨੂੰ ਯੂਜ਼ ਕਰਦੇ ਆ। ਕਿਉਂ? ਕਿਉਂਕਿ ਜਦੋਂ ਆਪਾਂ ਟਵਿਸਟ ਡਰਿਲ ਯੂਜ਼ ਕਰਾਂਗੇ ਇਨਸਟੈਡ ਆਫ ਸਟ੍ਰੇਟ ਫਲੂਟਡ ਡਰਿਲ, ਹੋਣਾ ਕੀ ਆ, ਡਰਿਲਿੰਗ ਜਦੋਂ ਆਪਾਂ ਕਰਾਂਗੇ ਤੇ ਜਿਹੜੀ ਸ਼ੀਟ ਮੈਟਲ ਆ ਉਹ ਲਿਫਟ ਹੋਣੀ ਸ਼ੁਰੂ ਹੋ ਜਾਣੀ ਹੈ ਨਾਲ ਹੀ ਟਵਿਸਟ ਡਰਿਲ ਦੇ। ਸੋ ਇਸ ਲਈ ਆਪਾਂ ਕੀ ਕਰਦੇ ਆ, ਜਦੋਂ ਆਪਾਂ ਸ਼ੀਟ ਮੈਟਲ ਦੇ ਵਿੱਚ ਡਰਿਲਿੰਗ ਕਰਨੀ ਹੁੰਦੀ ਆ ਆਪਾਂ ਕੀ ਕਰਦੇ ਆ, ਸਟ੍ਰੇਟ ਫਲੂਟਡ ਡਰਿਲ ਨੂੰ ਹੀ ਯੂਜ਼ ਕਰਦੇ ਆ। ਸੋ ਨੈਕਸਟ ਅਸੀਂ ਗੱਲ ਕਰਦੇ ਹਾਂ ਸਟੂਡੈਂਟਸ ਟਵਿਸਟ ਡਰਿਲ, ਪੈਰਲਲ ਸ਼ੈਂਕ ਸ਼ਾਰਟ ਸੀਰੀਜ਼ ਐਂਡ ਪੈਰਲਲ ਸ਼ੈਂਕ ਸਟੱਬ ਸੀਰੀਜ਼। ਸਭ ਤੋਂ ਪਹਿਲਾਂ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਕੀ ਆ, ਟਵਿਸਟ ਡਰਿਲ। ਇਹਦੇ ਵਿੱਚ ਸਾਰਾ ਦਾ ਸਾਰਾ ਨੋਮਨਕਲੇਚਰ ਆ ਜਿਹੜਾ ਉਹ ਮੈਂਸ਼ਨ ਕੀਤਾ ਗਿਆ ਆ ਜਿਹੜੀ ਡਰਿਲ ਬਿਟ ਹੁੰਦੀ ਆ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆ ਜਿਹੜਾ ਐਂਡ ਵਾਲਾ ਪੋਰਸ਼ਨ ਆ ਡਰਿਲ ਬਿਟ ਦਾ, ਇਹਨੂੰ ਆਪਾਂ ਕਹਿੰਦੇ ਆ ਸ਼ੈਂਕ ਲੈਂਥ। ਇਹ ਜਿਹੜੀ ਸ਼ੈਂਕ ਤੁਸੀਂ ਦੇਖ ਰਹੇ ਹੋ ਇਹ ਟੇਪਰ ਸ਼ੈਂਕ ਆ। ਜ਼ਰੂਰੀ ਨਹੀਂ ਹਰ ਵਾਰੀ ਜਿਹੜੀ ਸ਼ੈਂਕ ਆ ਉਹ ਟੇਪਰ ਹੀ ਹੋਏਗੀ, ਪੈਰਲਲ ਵੀ ਹੋ ਸਕਦੀ ਹੈ। ਠੀਕ ਹੈ ਜੀ। ਐਂਡ ਇਹ ਕੀ ਆ, ਓਵਰਆਲ ਲੈਂਥ ਆ ਡਰਿਲ ਬਿਟ ਦੀ। ਐਂਡ ਇਹ ਕੀ ਆ, ਬੋਡੀ ਲੈਂਥ। ਹੁਣ ਨੀਚੇ ਤੁਸੀਂ ਦੇਖ ਰਹੇ ਹੋ ਇੱਕ ਲਿਖਿਆ ਹੋਇਆ ਫਲੂਟ ਦੀ ਲੈਂਥ। ਫਲੂਟ ਕੀ ਆ ਜਿਹੜੇ ਸਪਾਈਰਲ ਕੀਤੇ ਹੋਏ ਆ, ਤੁਸੀਂ ਡਰਿਲ ਬਿਟ ਦੇਖੀ ਹੋਣੀ ਹੈ। ਇਹਦਾ ਜਿਹੜਾ ਡਿਜ਼ਾਈਨ ਹੈ ਇਹ ਅਨਇਵਨ ਜਿਹਾ ਹੁੰਦਾ। ਇਹਦੇ ਉੱਪਰ ਨਾ ਹੈਲੀਕਲ ਜਿਹੜੇ ਆ ਡਿਜ਼ਾਈਨ ਪਾਏ ਹੁੰਦੇ ਆ। ਉਹ ਡਿਜ਼ਾਈਨ ਕਿਉਂ ਪਾਏ ਜਾਂਦੇ ਆ, ਤਾਂ ਕਿ ਡਰਿਲਿੰਗ ਦੇ ਟਾਈਮ ਜਿਹੜੀ ਆ ਆਪਣਾ ਮਟੀਰੀਅਲ ਆ ਉਹ ਰਿਮੂਵ ਹੋ ਸਕੇ। ਠੀਕ ਹੈ ਜੀ। ਸੋ ਇਹ ਕੀ ਹੈ, ਫਲੂਟ ਲੈਂਥ। ਨੰਬਰ ਆਫ ਫਲੂਟਸ ਆ ਜਿਹੜੀਆਂ ਇੰਕਰੀਜ਼ ਵੀ ਹੋ ਸਕਦੀਆਂ, ਇੱਕ ਤੋਂ ਜ਼ਿਆਦਾ ਵੀ ਹੋ ਸਕਦੀਆਂ, 3 ਵੀ ਹੋ ਸਕਦੀਆਂ, 4 ਵੀ ਹੋ ਸਕਦੀਆਂ, ਡਿਪੈਂਡ ਕਰਦਾ ਡਿਜ਼ਾਈਨ ਤੇ। ਸੋ ਇਹਦੇ ਵਿੱਚ ਜਿਹੜਾ ਆਪਾਂ ਦੇਖ ਰਹੇ ਹਾਂ ਟਵਿਸਟ ਡਰਿਲ, ਉਹਦਾ ਨੋਮਨਕਲੇਚਰ ਮੈਂ ਤੁਹਾਨੂੰ ਦੱਸ ਦਿੱਤਾ ਆ। ਸਭ ਤੋਂ ਕਾਮਨ ਟਾਈਪ ਆਫ ਡਰਿਲ ਬਿਟ ਇਹੀ ਹੈ। ਠੀਕ ਹੈ। ਇਹਨੂੰ ਫਰਦਰ ਕਲਾਸੀਫਾਈ ਕੀਤਾ ਗਿਆ ਹੈ ਅਕੋਰਡਿੰਗ ਟੂ ਸ਼ੈਂਕ, ਜਿਹਦੇ ਵਿੱਚ ਸਭ ਤੋਂ ਪਹਿਲੀ ਕੈਟਾਗਰੀ ਆਉਂਦੀ ਹੈ ਸ਼ਾਰਟ ਸੀਰੀਜ਼। ਠੀਕ ਹੈ ਜੀ। ਸ਼ਾਰਟ ਸੀਰੀਜ਼ ਦੇ ਵਿੱਚ ਦੋ ਹੈਲੀਕਲ ਫਲੂਇਡਸ ਹੁੰਦੀਆਂ ਨੇ। ਮੈਂ ਤੁਹਾਨੂੰ ਫਲੂਇਡ ਦੱਸਿਆ ਸੀਗਾ, ਇਹਦੇ ਵਿੱਚ ਦੋ ਹੈਲੀਕਲ ਫਲੂਇਡਸ ਹੁੰਦੀਆਂ ਨੇ ਵਿਦ ਪੈਰਲਲ ਸ਼ੈਂਕ ਡਾਇਆਮੀਟਰ। ਠੀਕ ਹੈ ਜੀ। ਕਟਿੰਗ ਐਜ ਦਾ ਜਿਹੜਾ ਡਾਇਆਮੀਟਰ ਆ ਉਹ ਫਲੂਇਡ ਐਂਡ ਸ਼ੈਂਕ ਅਪਰੋਕਸੀਮੇਟਲੀ ਜਿਹੜੇ ਸੇਮ ਆ। ਜਿੰਨਾ ਵੀ ਇਹ ਡਾਇਆਮੀਟਰ ਥਰੂ ਆਊਟ ਸੇਮ ਹੈ, ਇਹਦਾ ਮਤਲਬ ਇਹੀ ਆ ਵੀ ਇੱਥੇ ਜਿਹੜਾ ਡਾਇਆਮੀਟਰ ਹੈ ਐਂਡ ਸ਼ੈਂਕ ਦਾ ਜਿਹੜਾ ਡਾਇਆਮੀਟਰ ਆ ਆਲਮੋਸਟ ਅਪਰੋਕਸੀਮੇਟਲੀ ਸੇਮ ਨੇ। ਐਂਡ ਇਹ ਜਿਹੜੇ ਬਿਟਸ ਨੇ ਕਿਹੜੀ ਕਿਹੜੀ ਰੇਂਜਸ ਦੇ ਵਿੱਚ ਆਉਂਦੇ ਆ, 0.2 ਤੋਂ ਲੈ ਕੇ 16 mm ਦੀ ਰੇਂਜ ਤੱਕ ਦੇ ਇਹ ਡਰਿਲ ਬਿਟਸ ਆਉਂਦੇ ਨੇ। ਨੈਕਸਟ ਕਿਹੜੀ ਸੀਰੀਜ਼ ਆ, ਸਟੱਬ ਸੀਰੀਜ਼। ਇਹਦੇ ਵਿੱਚ ਜਿਹੜਾ ਟਵਿਸਟ ਡਰਿਲ ਹੈ ਉਹ ਸ਼ਾਰਟ ਟਾਈਪ ਹੈ। ਠੀਕ ਹੈ ਜੀ। ਸ਼ਾਰਟ ਟਾਈਪ ਦਾ ਮਤਲਬ ਕੀ ਆ, ਜਿਹੜੀ ਬੋਡੀ ਦੀ ਲੈਂਥ ਹੈ ਜਾਂ ਫਿਰ ਫਲੂਇਡ ਦੀ ਲੈਂਥ ਹੈ ਉਹ ਛੋਟੀ ਹੈ ਐਜ਼ ਕੰਪੇਅਰ ਟੂ ਸ਼ੈਂਕ ਲੈਂਥ। ਠੀਕ ਹੈ ਜੀ। ਐਂਡ ਇਹਦੇ ਵਿੱਚ ਜਿਹੜੇ ਡਾਇਆਮੀਟਰ ਰੇਂਜਸ ਹੁੰਦੇ ਆ ਉਹ ਆਉਂਦੇ ਆ 0.5 ਤੋਂ ਲੈ ਕੇ 40 mm। ਇਹ ਵਾਲੇ ਜਿਹੜੇ ਡਰਿਲ ਬਿਟਸ ਨੇ ਕਿੱਥੇ ਆਪਾਂ ਯੂਜ਼ ਕਰਦੇ ਆ,
ਇਹਦੇ ਰਿਲੇਟਡ ਮੈਂ ਇੱਕ ਹੋਰ ਲੈਕਚਰ ਦੇ ਵਿੱਚ ਤੁਹਾਨੂੰ ਡਿਟੇਲ 'ਚ ਦੱਸਾਂਗਾ ਕਿੱਥੇ ਕਿੱਥੇ ਇਹਨੂੰ ਯੂਜ਼ ਕਰਦੇ ਆ ਤੇ ਕਿਹੜੇ ਡਰਿਲ ਬਿਟ ਦੀ ਕਿੱਥੇ ਲੋੜ ਪੈਂਦੀ ਹੈ। ਠੀਕ ਹੈ ਜੀ, ਫਿਲਹਾਲ ਆਪਾਂ ਸਿਰਫ ਡਿਜ਼ਾਈਨ ਐਂਡ ਇਹਦੀਆਂ ਡਾਇਆਮੀਟਰ ਰੇਂਜਸ ਬਾਰੇ ਹੀ ਗੱਲ ਕਰਾਂਗੇ। ਸੋ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਪੈਰਲਲ ਸ਼ੈਂਕ ਲੌਂਗ ਸੀਰੀਜ਼, ਟੇਪਰ ਸ਼ੈਂਕ ਟਵਿਸਟ ਡਰਿਲ, ਟੇਪਰ ਸ਼ੈਂਕ ਕੋਰ ਡਰਿਲ। ਸੋ ਪੈਰਲਲ ਸ਼ੈਂਕ ਦੇ ਵਿੱਚ ਦੋ ਹੈਲੀਕਲ ਫਲੂਇਡਸ ਨੇ, ਠੀਕ ਹੈ ਜੀ, ਵਿਦ ਪੈਰਲਲ ਸ਼ੈਂਕ ਕਟਿੰਗ ਐਂਡ ਡਾਇਆਮੀਟਰ ਜਿਹੜਾ ਕਿ ਅਪਰੋਕਸੀਮੇਟਲੀ ਸੇਮ ਹੈ। ਇਹਦਾ ਜਿਹੜਾ ਡਾਇਆਮੀਟਰ ਹੈ ਉਹ ਵੇਰੀ ਕਰਦਾ ਹੈ 1.5 ਤੋਂ ਲੈ ਕੇ 26 mm ਤੱਕ। ਨੈਕਸਟ ਕੀ ਹੈ ਜੀ ਟੇਪਰ ਸ਼ੈਂਕ ਟਵਿਸਟ ਡਰਿਲ ਹੈ। ਇਹਦਾ ਮਤਲਬ ਆ ਜਿਹੜਾ ਸ਼ੈਂਕ ਆ ਉਹ ਟੇਪਰ ਆ, ਸੋ ਇਹਦਾ ਜਿਹੜਾ ਸ਼ੈਂਕ ਹੋਏਗਾ ਥੋੜਾ ਜਿਹਾ ਟੇਪਰ ਹੋਏਗਾ। ਇਹਦਾ ਜਿਹੜਾ ਡਾਇਆਮੀਟਰ ਰੇਂਜ ਆ ਦੈਟ ਇਜ਼ 10 ਤੋਂ ਲੈ ਕੇ 100 mm, ਸੌਰੀ 10 ਤੋਂ ਲੈ ਕੇ 10 mm ਤੱਕ ਦਾ ਜਿਹੜਾ ਰੇਂਜ ਆ ਉਹ ਆਪਾਂ ਨੂੰ ਅਵੇਲੇਬਲ ਹੁੰਦੀ ਹੈ। ਉਸ ਤੋਂ ਬਾਅਦ ਵਾਲੀ ਜਿਹੜੀ ਟਾਈਪ ਹੈ ਇਹਦੇ ਵਿੱਚ ਫਲੂਇਡਸ ਦੋ ਤੋਂ ਜ਼ਿਆਦਾ ਨੇ, ਠੀਕ ਹੈ ਜੀ। ਜਿਹੜੀ ਟੇਪਰ ਸ਼ੈਂਕ ਕੋਰ ਡਰਿਲ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਦੋ ਤੋਂ ਜ਼ਿਆਦਾ ਫਲੂਇਡਸ ਹੋਣਗੀਆਂ। ਜਿੰਨੀਆਂ ਜ਼ਿਆਦਾ ਫਲੂਇਡਸ ਹੋਣਗੀਆਂ ਉਨੀ ਹੀ ਬੈਟਰ ਸਾਨੂੰ ਸਰਫੇਸ ਫਿਨਿਸ਼ ਮਿਲੇਗੀ। ਸੋ ਇਹ ਬੈਟਰ ਸਰਫੇਸ ਫਿਨਿਸ਼ ਲਈ ਆਪਾਂ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਅਗਲੀ ਡਰਿਲ ਬਿਟ ਟਾਈਪ ਹੈ ਆਇਲ ਟਿਊਬ ਡਰਿਲ ਐਂਡ ਸੈਂਟਰ ਡਰਿਲ। ਆਇਲ ਟਿਊਬ ਡਰਿਲ ਨੂੰ ਯੂਜ਼ ਕਰਦੇ ਨੇ ਫॉर ਡ੍ਰਿਲਿੰਗ ਦੀ ਡੀਪ ਹੋਲਸ। ਸੋ ਇਹ ਆਇਲ ਕੈਰੀ ਕਰਦੇ ਨੇ ਆਪਣੇ ਨਾਲ ਐਂਡ ਉਹ ਜਿਹੜਾ ਆਇਲ ਆ ਕਟਿੰਗ ਐਜ ਤੱਕ ਪਹੁੰਚਾਉਂਦੇ ਨੇ, ਠੀਕ ਹੈ ਜੀ। ਕਟਿੰਗ ਫਲੂਇਡ ਦਾ ਮੇਨ ਕੰਮ ਕੀ ਹੁੰਦਾ ਆ, ਇਹਦਾ ਇਸ ਜਗ੍ਹਾ ਤੇ ਮੇਨ ਕੰਮ ਇਹ ਆ ਵੀ ਜਿਹੜੀਆਂ ਚਿਪਸ ਨੇ ਉਹਨਾਂ ਨੂੰ ਬਾਹਰ ਕੱਢਣਾ ਫੋਰਸਫੁਲੀ, ਠੀਕ ਹੈ। ਸੋ ਉਹ ਚੀਜ਼ ਕੀ ਆ ਫਲੂਇਡ ਦੀ ਹੈਲਪ ਦੇ ਨਾਲ, ਆਇਲ ਦੀ ਹੈਲਪ ਦੇ ਨਾਲ ਹੀ ਪੋਸੀਬਲ ਹੋ ਸਕਦੀ ਹੈ। ਉਸ ਤੋਂ ਬਾਅਦ ਅਗਲੀ ਆਂਦੀ ਹੈ ਜੀ ਸੈਂਟਰ ਡਰਿਲ। ਜਦੋਂ ਵੀ ਆਪਾਂ ਹੋਲ ਕਰਦੇ ਆ ਤਾਂ ਜਿਹੜਾ ਸੈਂਟਰ ਡਰਿਲ ਆ ਉਹ ਨਿਸ਼ਾਨ ਲਗਾਉਂਦੀ ਹੈ। ਉਹਦੇ ਨਾਲ ਕੀ ਹੁੰਦਾ ਆ ਡਰਿਲ ਜਿਹੜੀ ਆ ਡਰਿਲਿੰਗ ਆਪਾਂ ਪਰਫਾਰਮ ਕਰਨੀ ਆ ਉਹ ਈਜ਼ੀ ਰਹਿੰਦੀ ਆ। ਜਿਹੜਾ ਸੈਂਟਰ ਆ ਉਹ ਇੱਧਰ ਉੱਧਰ ਹਿਲਦਾ ਨਹੀਂ, ਠੀਕ ਹੈ ਜੀ। ਸੋ ਉਸ ਜਗ੍ਹਾ ਆਪਾਂ ਕੀ ਕਰਦੇ ਆ ਸੈਂਟਰ ਡਰਿਲ ਆ ਜਿਹੜੀ ਯੂਜ਼ ਕਰਦੇ ਆ, ਠੀਕ ਹੈ ਜੀ। ਨੈਕਸਟ ਕੁਝ ਟਾਈਪਸ ਨੇ ਸਪੈਸ਼ਲ ਡਰਿਲ ਦੀਆਂ, ਸਕੇਅਰ ਡਰਿਲ ਦੀਆਂ। ਸਪੈਸ਼ਲ ਡਰਿਲਸ ਆਪਾਂ ਕਿੱਥੇ ਯੂਜ਼ ਕਰਦੇ ਆ ਜਿੱਥੇ ਆਪਾਂ ਕੋਈ ਹੋਰ ਡਿਜ਼ਾਈਨ ਪਾਣਾ ਹੋਵੇ, ਜਿੱਦਾਂ ਸਕੇਅਰ ਸ਼ੇਪ ਦਾ ਡਿਜ਼ਾਈਨ ਪਾਣਾ ਹੋਵੇ। ਹੁਣ ਤੁਹਾਡੇ ਮਨ 'ਚ ਇਹ ਗੱਲ ਆਏਗੀ ਵੀ ਆਪਾਂ ਸਕੇਅਰ ਡਰਿਲ ਕਿੱਦਾਂ ਕਰ ਸਕਦੇ ਆ। ਸਕੇਅਰ ਡਰਿਲ ਵੀ ਕੀਤੀ ਜਾ ਸਕਦੀ ਹੈ, ਇਹਦੇ ਰਿਲੇਟਡ ਤੁਹਾਨੂੰ ਮੈਂ ਇੱਕ ਵੀਡੀਓ ਜ਼ਰੂਰ ਦਿਖਾਊਂਗਾ। ਸੋ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ। ਤੁਹਾਡੇ ਮਨ ਦੇ ਵਿੱਚ ਇਹਨਾਂ ਦੇ ਰਿਲੇਟਡ ਕੋਈ ਡਾਊਟ ਹੋਏਗਾ ਤਾਂ ਤੁਸੀਂ ਇਸ ਲੈਕਚਰ ਤੋਂ ਬਾਅਦ ਮੈਨੂੰ ਪੁੱਛ ਸਕਦੇ ਹੋ। ਸੋ ਥੈਂਕ ਯੂ।